ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਟ੍ਰਿਬਿਊਨ ਦੇ ਫੇਸਬੁੱਕ ਲਾਈਵ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਅੰਮ੍ਰਿਤਪਾਲ ਸਿੰਘ ਲੈ ਕੇ ਆਇਆ ਹਾਂ ਪ੍ਰੋਗਰਾਮ ਵੇਲੇ ਦੀ ਗੱਲ, ਅਤੇ ਮੇਰੇ ਨਾਲ ਨੇ ਚਰਨਜੀਤ ਭੁੱਲਰ ਜੀ। ਮੈਂ ਇਹਨਾਂ ਦਾ ਸਵਾਗਤ ਕਰਦਾ ਹਾਂ। ਬੜੀ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਾਂਗੇ ਸਿਆਸਤ ਵਿੱਚ ਮਾਫੀਆ ਦੀ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਮਾਝੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਸ਼ਰਾਬ ਮਾਫੀਆ ਦਾ ਮੁੱਦਾ ਭਖਿਆ ਹੋਇਆ ਹੈ। ਪਰ ਇੱਥੇ ਇਹ ਦੱਸਣਾ ਬਣਦਾ ਹੈ ਕਿ ਇਕੱਲਾ ਸ਼ਰਾਬ ਮਾਫੀਆ ਹੀ ਨਹੀਂ, ਹੋਰ ਵੀ ਬਹੁਤ ਸਾਰੇ ਮਾਫੀਆ ਨੇ ਜੋ ਵੱਖ-ਵੱਖ ਪੱਧਰਾਂ 'ਤੇ ਕੰਮ ਕਰ ਰਹੇ ਨੇ। ਇਹ ਸਿਆਸਤ ਦੇ ਨਾਲ ਮਾਫੀਆ ਵੀ ਇੱਕ ਨਵਾਂ ਰੂਪ ਧਾਰਦਾ ਜਾ ਰਿਹਾ ਹੈ। ਚਰਨਜੀਤ ਜੀ, ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਇਹ ਜੋ ਵੱਖ-ਵੱਖ ਤਰ੍ਹਾਂ ਦੇ ਮਾਫੀਆ ਸਰਗਰਮ ਨੇ, ਇਹਨਾਂ ਦਾ ਪੰਜਾਬ ਦੇ ਲੋਕਾਂ ਨੂੰ ਕਿੰਨਾ ਕੁ ਨੁਕਸਾਨ ਹੋਇਆ, ਕਿੰਨਾ ਕੁ ਭੁਗਤਣਾ ਪਿਆ? ਅਸਲ 'ਚ ਅਮਰਤ ਜੀ ਗੱਲ ਇਹ ਹੈਗੀ ਹੈ ਕਿ ਜਦੋਂ ਵੀ ਰਸੂਖਵਾਨ ਲੋਕ ਜਾਂ ਸਾਡੇ ਰਾਜਸੀ ਲੋਕ ਜਦੋਂ ਕੁਛ ਇਸ ਕਿਸਮ ਦੇ ਗੈਰ ਸਮਾਜੀ ਤੱਤਾਂ ਨਾਲ ਆਪਣਾ ਹੱਥ ਮਿਲਾ ਲੈਂਦੇ ਨੇ, ਉਹਨਾਂ ਨਾਲ ਜੋਟੀ ਪਾ ਲੈਂਦੇ ਨੇ, ਤਾਂ ਉਹਦੇ ਵਿੱਚੋਂ ਸਭ ਤੋਂ ਜਿਹੜਾ ਵੱਡਾ ਖਮਿਆਜਾ ਭੁਗਤਣਾ ਪੈਂਦਾ ਹੈ ਤਾਂ ਉਹ ਆਮ ਕਾਮਨ ਲੋਕਾਂ ਨੂੰ ਭੁਗਤਣਾ ਪੈਂਦਾ। ਤਾਂ ਸਾਡੇ ਵੀ ਪੰਜਾਬ ਦੇ ਵਿੱਚ ਜਿਉਂ-ਜਿਉਂ ਇਸ ਮਾਫੀਏ ਦੀ ਜਾਂ ਇਸ ਕਿਸਮ ਦੇ ਮਾੜੇ ਅਨਸਰਾਂ ਦੀ ਸਾਡੀ ਪੋਲੀਟਿਕਸ ਦੇ ਵਿੱਚ ਇੱਕ ਪੋਲੀਟੀਸ਼ੀਅਨ ਨਾਲ ਆੜੀ ਪਈ ਹੈ, ਦੋਸਤੀ ਪਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਧ ਹੈ ਜਿਹੜਾ, ਜੇ ਕੋਈ ਹਾਸ਼ੀਏ 'ਤੇ ਧੱਕਿਆ ਗਿਆ ਵਰਗ ਹੈ ਤਾਂ ਉਹ ਆਮ ਲੋਕ ਨੇ। ਤਾਂ ਅੱਜ ਦੇਖੀਏ ਤਾਂ ਸਾਡੀ ਪੰਜਾਬ ਕੀ ਹਿੰਦੁਸਤਾਨ ਦੀ ਪੋਲੀਟਿਕਸ ਦੇ ਵਿੱਚ ਜਿਹੜੇ ਮਾਫੀਏ ਨੇ ਉਹਨਾਂ ਦੀ ਪੂਰੀ ਤਰ੍ਹਾਂ ਘੁਸਪੈਠ ਹੋ ਚੁੱਕੀ ਹੈ, ਔਰ ਉਹ ਸਾਡੇ ਜਿਹੜੇ ਸਿਆਸਤਦਾਨ ਨੇ ਜਾਂ ਸਾਡੇ ਰਾਜਸੀ ਲੋਕ ਨੇ ਜਾਂ ਰਸੂਖਵਾਨ ਲੋਕ ਨੇ, ਉਹਨਾਂ ਨਾਲ ਪੂਰੀ ਤਰ੍ਹਾਂ ਘੁਲ ਮਿਲ ਗਏ ਨੇ, ਉਹਨਾਂ ਨਾਲ ਘਿਓ ਖਿਚੜੀ ਨੇ। ਪੰਜਾਬ ਦੇ ਵਿੱਚ ਤਾਂ ਹੁਣ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਘਿਓ ਕਿਹੜਾ ਹੈ ਅਤੇ ਖਿਚੜੀ ਕਿਹੜੀ ਹੈਗੀ ਹੈ। ਅਤੇ ਮਾਫੀਏ ਦੇ ਪੰਜਾਬ ਦੇ ਸੰਦਰਭ ਵਿੱਚ ਆਪਾਂ ਗੱਲ ਕਰਨ ਤੋਂ ਪਹਿਲਾਂ ਮੈਂ ਥੋੜ੍ਹੀ ਜਿਹੀ ਇਹਦੀ ਆਪਣੇ ਦਰਸ਼ਕਾਂ ਨਾਲ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਇਸ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ। ਅੰਮ੍ਰਿਤ ਕੌਮਾਂਤਰੀ ਲੈਵਲ 'ਤੇ ਹਰ ਮੁਲਕ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਮਾਫੀਆ ਉਹ ਕੰਮ ਕਰ ਰਿਹਾ ਹੈ, ਪਰ ਸਾਡੇ ਪੋਲੀਟਿਕਸ ਦੇ ਵਿੱਚ ਬੜੀ ਐਕਟਿਵਲੀ ਇਸ ਦੀ ਭੂਮਿਕਾ ਸ਼ੁਰੂ ਹੋ ਗਈ ਹੈ। ਇਟਲੀ ਦੇ ਵਿੱਚ ਇੱਕ ਸਿਸਲੀ ਨਾਮ ਦੀ ਟਾਪੂਨੁਮਾ ਕੋਈ ਏਰੀਆ ਹੈਗਾ, ਉਸ ਨੂੰ ਮਾਫੀਆ ਦਾ ਜਿਹੜਾ ਹੈਗਾ ਉਹ ਬਰਥ ਪਲੇਸ ਮੰਨਿਆ ਜਾਂਦਾ ਹੈਗਾ ਕਿ ਮਾਫੀਆ ਦਾ ਬਰਥ ਉੱਥੋਂ ਹੁੰਦਾ ਹੈ। ਉੱਥੋਂ ਸ਼ੁਰੂ ਹੁੰਦਾ ਮਾਫੀਆ ਜਿਹੜਾ ਇਹ ਸਾਡੇ ਬਿਹਾਰ ਵਿੱਚ ਵੀ ਆਇਆ, ਯੂਪੀ 'ਚ ਆਇਆ, ਵੈਸਟ ਬੰਗਾਲ 'ਚ ਆਇਆ, ਝਾਰਖੰਡ 'ਚ ਆਇਆ। ਉਹਨਾਂ ਦਾ ਰੂਪ ਕੋਈ ਅਲੱਗ-ਅਲੱਗ ਹੋ ਸਕਦਾ ਹੈਗਾ। ਫਿਰ ਹੌਲੀ-ਹੌਲੀ ਹਰਿਆਣੇ ਵਿੱਚ ਦੀ ਹੁੰਦਾ ਹੋਇਆ ਸਾਡੇ ਪੰਜਾਬ ਵਿੱਚ ਪੁੱਜ ਗਿਆ ਹੈਗਾ। ਤਾਂ ਪੰਜਾਬ ਦੇ ਵਿੱਚ ਪੁੱਜਣ ਤੋਂ ਪਹਿਲਾਂ ਜੇ ਆਪਾਂ ਮੁੰਬਈ ਨੂੰ ਦੇਖੋ, ਮੋਟੇ ਤੌਰ 'ਤੇ ਗਿਣਿਆ ਜਾਂਦਾ ਹੈਗਾ ਕਿ ਉਹ ਇਸ ਕਿਸਮ ਦੇ ਮਾਫੀਆ ਦਾ ਉੱਥੇ ਰਾਜ ਰਿਹਾ, ਉੱਥੇ ਡੌਨ ਰਿਹਾ, ਛੋਟਾ ਸਕੀਲ, ਛੋਟਾ ਰਾਜਨ, ਵੱਡਾ ਰਾਜਨ, ਇਸ ਕਿਸਮ ਦੇ। ਤਾਂ ਹਿੰਦੁਸਤਾਨ ਦੇ ਵਿੱਚ ਜਿਹੜਾ ਪਹਿਲਾ ਡੌਨ ਹੋਇਆ ਉਹ ਕਰੀਮ ਲਾਲਾ ਦੇ ਨਾਮ ਨਾਲ ਮਸ਼ਹੂਰ ਹੈ। 1940 ਦੇ ਦਹਾਕੇ ਦੇ ਵਿੱਚ ਉਹਦੀ ਐਂਟਰੀ ਹੁੰਦੀ ਹੈ। ਤਾਂ ਉਹ ਅਫਗਾਨੀ ਸੀਗਾ, ਪਠਾਨ ਸੀ। ਤਾਂ ਉਸਨੇ ਵੀ ਜਿਹੜਾ ਆਪਣਾ ਕੰਮਕਾਰ ਸ਼ੁਰੂ ਕੀਤਾ ਸੀ ਉਹ ਸ਼ਰਾਬ ਤੋਂ ਸ਼ੁਰੂ ਕੀਤਾ ਸੀ। ਜਿਸ ਤਰ੍ਹਾਂ ਹੁਣ ਪੰਜਾਬ ਦੇ ਸ਼ਰਾਬ ਮਾਫੀਆ ਦੀ ਚਰਚਾ ਹੈਗਾ ਨਾ, ਤਾਂ ਉਸ ਦੀ ਵੀ ਜਿਹੜੀ ਚਰਚਾ ਸੀ ਉਹ ਸ਼ਰਾਬ ਦੀ ਜਿਹੜੀ ਤਸਕਰੀ ਤੋਂ ਸ਼ੁਰੂ ਹੋਈ ਸੀ। ਤਾਂ ਕਰੀਮ ਲਾਲਾ ਤੋਂ ਬਾਅਦ ਜਿਹੜਾ ਉਹਦਾ ਆਪਾਂ ਕਹਿ ਦਈਏ ਇੱਕ ਤਰ੍ਹਾਂ ਦਾ ਚੇਲਾ ਕਹਿ ਲਈਏ ਤਾਂ ਹਾਜੀ ਮਸਤਾਨ ਸਾਡੇ ਤਾਮਿਲਨਾਡੂ ਵਾਲਾ ਬੜਾ ਗਰੀਬ ਘਰ ਦਾ ਮੁੰਡਾ ਸੀਗਾ, ਅਤੇ ਉਹਨੇ ਆ ਕੇ ਮੁੰਬਈ ਦੇ ਵਿੱਚ ਇੱਕ ਡੌਨ ਦੇ ਤੌਰ 'ਤੇ ਉੱਭਰਿਆ। ਉਦੋਂ ਅੰਮ੍ਰਿਤ ਪੋਲੀਟਿਕਸ ਦੇ ਵਿੱਚ ਇਹ ਇੰਡੀਪੈਂਡੈਂਟ, ਜਿਵੇਂ ਆਪਾਂ ਕਹਿੰਦੇ ਨੇ, ਕੁੱਲ ਬਖਤੀ ਤੌਰ 'ਤੇ ਕੰਮ ਕਰਦੇ ਸੀ ਇਹ ਲੋਕ, ਇਕੱਲਾ ਮਾਫੀਏ ਦਾ ਕੰਮ ਕਰਦੇ ਸੀਗੇ। ਜਿਵੇਂ ਸਾਡੇ ਇਤਿਹਾਸ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਸਾਡੇ ਪੰਜਾਬ ਦੇ ਕਲਚਰ ਦੇ ਵਿੱਚ ਵੀ ਇਹ ਕਹਿੰਦੇ ਜੱਗਾ ਡਾਕੂ, ਕਿ ਜਿਹੜੇ ਲੋਕ ਅਮੀਰਾਂ ਨੂੰ ਲੁੱਟਦੇ ਸੀਗੇ, ਗਰੀਬਾਂ 'ਚ ਵੰਡ ਦਿੰਦੇ ਸੀ। ਪਰ ਇਹ ਮਾਫੀਏ ਦਾ ਥੋੜ੍ਹਾ ਜਿਹਾ ਫਰਕ ਸੀ। ਜਿਹੜੇ ਇਹ ਹਾਜੀ ਮਸਤਾਨ ਸੀ ਜਾਂ ਕਰੀਮ ਲਾਲਾ ਸੀ, ਇਹ ਲੋਕਾਂ ਨੂੰ, ਵੱਡਿਆਂ ਨੂੰ ਲੁੱਟਦੇ ਸੀ, ਪਰ ਉਹ ਅੱਗੇ ਵੰਡਦੇ ਨਹੀਂ ਸੀ। ਤਾਂ ਹੌਲੀ-ਹੌਲੀ ਕਰੀਮ ਲਾਲਾ ਤੋਂ ਸ਼ੁਰੂਆਤ ਹੋ ਕੇ, ਹਾਜੀ ਮਸਤਾਨ ਤੋਂ ਸ਼ੁਰੂ ਹੋ ਕੇ, ਇਹਨਾਂ ਲੋਕਾਂ ਦੀ ਜਿਹੜੀ ਪੋਲੀਟਿਕਸ ਦੇ ਵਿੱਚ ਐਂਟਰੀ ਬਣਨੀ ਸ਼ੁਰੂ ਹੋ ਗਈ। ਜਿਵੇਂ ਇੰਦਰਾ ਗਾਂਧੀ ਬਾਰੇ ਵੀ ਕਿਹਾ ਜਾਂਦਾ ਕਿ ਉਹ ਕਰੀਮ ਲਾਲਾ ਨਾਲ ਬੜੇ ਨੇੜਲੇ ਸੰਬੰਧ ਸੀ। ਬਹੁਤ ਸਾਰੇ ਜਿਹੜੇ ਮੁੰਬਈ ਨਗਰੀ ਦੇ ਐਕਟਰ ਸੀ ਉਹਨਾਂ ਦੇ ਬੜਾ ਨਜ਼ਦੀਕ ਸੀ। ਪਰ ਮੈਨੂੰ ਤਾਂ ਅੱਜ ਦੇ ਜਿਹੜੇ ਸਾਡੇ ਕਰੀਮ ਲਾਲੇ ਨੇ ਜਾਂ ਅੱਜ ਦੇ ਹਾਜੀ ਮਸਤਾਨ ਦੇਖ ਕੇ ਲੱਗਦੇ ਆ ਕਿ ਉਹ ਤਾਂ 100 ਗੁਣਾ ਚੰਗੇ ਸੀਗੇ। ਕਿਉਂਕਿ ਹਾਜੀ ਮਸਤਾਨ ਦੀ ਜਿੱਥੋਂ ਦੀ ਸ਼ੁਰੂਆਤ ਹੁੰਦੀ ਆ ਉਹਦੀ ਡੌਨ ਬਣਨ ਦੀ, ਤਾਂ ਉਹਦੇ ਕੋਲ ਕਰਬ ਦਾ ਸੇਖ ਆਪਣਾ ਇੱਕ ਹੀਰਿਆਂ ਦਾ ਭਰਿਆ ਹੋਇਆ ਅਟੇਚੀ ਪੂਰਾ ਉਹਦੇ ਕੋਲੇ ਰੱਖ ਜਾਂਦਾ, ਉਹਦੀ ਝੁੱਗੀ 'ਚ ਰੱਖ ਜਾਂਦਾ ਹੈ। ਅਤੇ 3 ਦਿਨਾਂ ਬਾਅਦ ਜਦੋਂ ਵਾਪਸ ਆਉਂਦਾ, ਲੈਂਦਾ ਹੈ, ਤਾਂ ਉਹ ਦੇਖਦਾ ਕਿ ਉਹਦੀ ਸੁਰੱਖਿਅਤ ਹੈ। ਤਾਂ ਉੱਥੋਂ ਉਸ ਨੂੰ ਉਹ ਗੱਲ ਪ੍ਰਭਾਵਿਤ ਕਰਦੀ ਹੈ, ਤਾਂ ਉਸ ਨੂੰ ਆਪਣੇ ਨਾਲ ਜੋੜ ਲੈਂਦਾ ਅਤੇ ਉੱਥੋਂ ਉਸ ਦੀ ਸ਼ੁਰੂਆਤ ਹੁੰਦੀ ਹੈ। ਲੇਟਰ ਔਨ ਜਾ ਕੇ ਤਾਂ ਜਿਹੜਾ ਹੈਗਾ ਹਾਜੀ ਮਸਤਾਨ ਨੇ ਵੀ ਪੋਲੀਟਿਕਸ ਦੇ ਵਿੱਚ ਟਰਾਈ ਕੀਤਾ ਸੀਗਾ।
ਤਾਂ ਤੁਹਾਡੇ ਚੇਤੇ ਹੋਏਗਾ ਕਿ ਜਦੋਂ 1978 ਦੇ ਵਿੱਚ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਬਣੀ ਹੈ, ਤਾਂ ਇਹ ਸਭ ਤੋਂ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਗਏ ਸੀ। ਤਾਂ ਉੱਥੇ ਇਹਨਾਂ ਨੇ ਸਹੁੰ ਚੁੱਕੀ ਸੀ। ਇਹਨਾਂ ਨੇ 2 ਇਸ਼ੂ ਦੇ ਉੱਪਰ ਸਹੁੰ ਚੁੱਕੀ। ਇੱਕ ਇਸ਼ੂ ਇਹ ਸੀਗਾ ਕਿ ਇਹ ਚਾਹੁੰਦੇ ਸੀ ਕਿ ਅਸੀਂ ਪੰਜਾਬ ਦੇ ਵਿੱਚ ਕਰਪਸ਼ਨ ਨਹੀਂ ਰਹਿਣ ਦਿਆਂਗੇ, ਤੇ ਬਾਦਲ ਸਾਹਿਬ ਨੇ ਇਹ ਗੱਲ ਜ਼ੋਰਦਾਰ ਤਰੀਕੇ ਨਾਲ ਕਹੀ ਸੀਗੀ ਕਿ ਅਸੀਂ ਪੰਜਾਬ ਦੇ ਵਿੱਚ ਹਾਜੀ ਮਸਤਾਨ ਵੀ ਨਹੀਂ ਰਹਿਣ ਦਿਆਂਗੇ। ਤਾਂ 78 ਦੇ ਦਹਾਕੇ ਤੋਂ ਲੈ ਕੇ 70 80 ਦੇ ਦਹਾਕੇ ਤੋਂ ਲੈ ਕੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਅਲੱਗ ਕਿਸਮ ਦਾ ਦੌਰ ਆਇਆ, ਜਿਹਦੇ ਵਿੱਚ ਮਾਫੀਆ ਜਿਹੜਾ ਖਾਸ ਕਰਕੇ ਪੰਜਾਬ ਦੇ ਕੰਟੈਸਟ 'ਚ ਦਬਦਾ ਰਿਹਾ। ਕਿਸੇ ਟਾਈਮ ਹਰਿਆਣਾ ਦੇ ਵਿੱਚ ਮਾਫੀਆ ਦੀ ਬੜੀ ਚੜ੍ਹਤ ਰਹੀ ਹੈ, ਪਰ ਪਿਛਲੇ 15-20 ਸਾਲ ਤੋਂ ਮਾਫੀਆ ਦੀ ਪੋਲੀਟਿਕਸ ਦੇ ਵਿੱਚ ਐਂਟਰੀ ਸ਼ੁਰੂ ਹੋ ਗਈ ਸੀ। ਵੈਸੇ ਤਾਂ ਇੰਡੀਅਨ ਪੋਲੀਟਿਕਸ ਦੇ ਵਿੱਚ 1957 ਤੋਂ ਹੀ ਸ਼ੁਰੂਆਤ ਹੋ ਗਈ ਸੀ। ਜਿਹੜੀ ਪਹਿਲੀ ਇੰਡੀਆ ਦੀ ਬੂਥ ਕੈਪਚਰਿੰਗ ਹੋਈ ਹੈ ਉਹ 57 ਦੀ ਇਲੈਕਸ਼ਨ ਦੇ ਵਿੱਚ ਹੋਈ ਹੈ। ਉਸ ਤੋਂ ਬਾਅਦ ਜਿਉਂ-ਜਿਉਂ ਇਲੈਕਸ਼ਨ ਦੇ ਵਿੱਚ ਕੰਪੀਟੀਸ਼ਨਸ ਵੱਧਦਾ ਰਿਹਾ ਤਾਂ ਪੋਲੀਟੀਸ਼ੀਅਨਾਂ ਨੇ ਇਹਨਾਂ ਲੋਕਾਂ ਨਾਲ ਜਿਹੜਾ ਮਾਫੀਆ ਨਾਲ ਹੱਥ ਮਿਲਾਉਣਾ ਸ਼ੁਰੂ ਕਰ ਦਿੱਤਾ। ਤੇ ਅੱਜ ਅਸੀਂ ਦੇਖੀਏ ਤੇ ਪੰਜਾਬ ਦੇ ਵਿੱਚ ਜਿਹੜੇ ਮਾਫੀਆ ਪਹਿਲਾਂ ਇੰਡੀਪੈਂਡੈਂਟਲੀ ਵਿਚਰਦੇ ਸੀ, ਉਹ ਇੰਨਾ ਰਚ ਮਿਚ ਗਏ ਨੇ ਕਿ ਸਾਨੂੰ ਨਖੇੜਾ ਕਰਨਾ ਔਖਾ ਹੈ। ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਮਾਫੀਆ, ਕਿਹੜਾ ਹਾਜੀ ਮਸਤਾਨ ਹੈ, ਕਿਹੜਾ ਕਰੀਮ ਲਾਲ ਹੈ, ਕਿਹੜਾ ਪੋਲੀਟੀਸ਼ੀਅਨ ਹੈ। ਇੰਨੇ ਰਚ ਮਿਚ ਗਏ, ਘਿਓ ਖਿਚੜੀ ਹੋ ਗਏ ਨੇ ਉਹਨਾਂ ਨਾਲ। ਤਾਂ ਪੋਲੀਟਿਕਸ, ਪੰਜਾਬ ਦੀ ਪੋਲੀਟਿਕਸ ਦੇ ਵਿੱਚ ਤਾਂ ਨਖੇੜਾ ਕਰਨਾ ਔਖਾ ਹੈ। ਇਸ ਵੇਲੇ ਸਾਡੀ ਇੰਡੀਅਨ ਪਾਰਲੀਮੈਂਟ ਦੇ ਵਿੱਚ ਜਿਹੜੇ MP ਹੁਣ ਸਾਡੀ ਮੌਜੂਦਾ MP ਨੇ, ਉਹਨਾਂ ਦੇ ਵਿੱਚੋਂ 44% MP ਹੈ ਜਿਹੜੇ, ਉਹਨਾਂ ਦਾ ਪਿਛੋਕੜੀ ਇਸ ਕਿਸਮ ਦਾ ਹੈਗਾ। ਉਹਨਾਂ 'ਚੋਂ 33% ਜਿਹੜੇ MP ਹੈਗੇ ਨੇ, ਉਹਨਾਂ 'ਤੇ ਬੜੇ ਸੀਰੀਅਸ ਜਿਹੜੇ ਕ੍ਰਾਈਮ ਦੇ ਜਿਹੜੇ ਪਰਚੇ ਦਰਜ ਨੇ। ਤਾਂ ਜਦੋਂ ਸਾਡੀ ਪੋਲੀਟਿਕਸ ਦਾ ਮੁਹਾਂਦਰਾ ਇਸ ਕਿਸਮ ਦਾ ਹੋਏਗਾ ਤਾਂ ਉਸ ਤੋਂ ਫਿਰ ਅਸੀਂ ਕਿੱਦਾਂ ਆਸ ਰੱਖਾਂਗੇ ਕਿ ਇੱਕ ਆਮ ਲੋਕਾਂ ਦੀ ਜਾਂ ਆਮ ਪੀਪਲ ਦੀ ਜੀ ਸੁਣਵਾਈ ਹੋਏਗੀ। ਤਾਂ ਪੰਜਾਬ ਦੇ ਵਿੱਚ ਪਿਛਲੇ ਟਾਈਮ 'ਚ ਜਿਸ ਤਰ੍ਹਾਂ ਪਹਿਲਾਂ ਰਾਜ ਰਿਹਾ 10 ਸਾਲ ਸ਼੍ਰੋਮਣੀ ਅਕਾਲੀ ਦਲ ਦਾ ਤੇ ਭਾਜਪਾ ਗੱਠਜੋੜ ਦਾ ਸਰਕਾਰ ਰਹੀ ਹੈ, ਤਾਂ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪੂਰੇ 10 ਸਾਲ ਇਸ ਗੱਲ ਦਾ ਰਾਗ ਲਾਪਿਆ ਕਿ ਪੰਜਾਬ ਦੇ ਵਿੱਚ ਮਾਫੀਆ ਰਾਜ ਹੈ, ਅਸੀਂ ਇਸ ਨੂੰ ਖਤਮ ਕਰਕੇ ਦਮ ਲਵਾਂਗੇ। ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ, ਲੋਕਾਂ ਨੇ ਬੜੀਆਂ ਉਮੀਦਾਂ ਨਾਲ ਇਹਨਾਂ ਨੂੰ ਜਿਤਾਇਆ, ਕਿਉਂਕਿ ਲੋਕ ਚਾਹੁੰਦੇ ਸੀ ਕਿ ਮਾਫੀਆ ਰਾਜ ਤੋਂ ਜੇ ਮੁਕਤੀ ਹੋਏਗੀ ਤਾਂ ਆਮ ਲੋਕਾਂ ਦੀ ਸੁਣਵਾਈ ਸ਼ੁਰੂ ਹੋਏਗੀ। ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਹੈਗੀ ਹੈ ਉਹ ਠੀਕ ਹੋਏਗੀ ਸਾਡੇ ਪੰਜਾਬ ਦੀ। ਇਹਨਾਂ ਉਮੀਦਾਂ ਨੂੰ ਲੈ ਕੇ ਲੋਕਾਂ ਨੇ ਵੋਟਾਂ ਪਾਈਆਂ ਇਹਨਾਂ ਨੂੰ। ਵੋਟਾਂ ਪਾਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਜਦੋਂ ਸੱਤਾ ਦੇ ਵਿੱਚ ਆਏ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਤੇ ਆਪਣੇ ਮੈਨੀਫੈਸਟੋ ਦੇ ਵਿੱਚ ਜਾਂ ਲੋਕਾਂ ਨੇ ਇਹਨਾਂ ਚੋਣਾਂ ਦੌਰਾਨ ਜਿਹੜੇ ਭਰੋਸੇ ਦਿੱਤੇ, ਕਿੰਨੇ ਤਰ੍ਹਾਂ ਦੇ ਇਹਨਾਂ ਨੇ ਜਿਹੜੇ ਮਾਫੀਏ ਪੰਜਾਬ ਦੇ ਵਿੱਚ ਗਿਣਾਏ। ਤਾਂ ਸਾਡੇ ਜਿਹੜੇ FM ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ 1 ਸਾਲ ਦਿਓ ਸਾਨੂੰ, ਮਾਫੀਆ ਰਾਜ ਖਤਮ ਕਰ ਦਾਂਗੇ। ਤੇ ਅੱਜ 3 ਸਾਲਾਂ ਬਾਅਦ ਇਹਨਾਂ ਦੇ ਤਕਰੀਬਨ 1200 ਤੋਂ ਉੱਪਰ ਦਿਨ ਹੈ ਜਿਹੜੇ ਇਸ ਕੈਪਟਨ ਸਰਕਾਰ ਦੇ ਖਤਮ ਹੋ ਗਏ ਨੇ। ਇਹਨਾਂ ਕੋਲੇ ਹੁਣ ਸਿਰਫ 511-12 ਦਿਨ ਬਚੇ ਨੇ, ਵਿੱਚ ਕੋਡ ਆਫ ਕੰਡਕਟ ਦਾ ਟਾਈਮ ਕੱਢ ਦਿਓ ਤੁਸੀਂ। ਉਹਨਾਂ ਟਾਈਮ 'ਚ ਜੇ ਇੰਨੇ ਟਾਈਮ 'ਚ ਕੁਝ ਨਹੀਂ ਕਰ ਸਕੇ, ਕਿਉਂਕਿ ਲੋਕਾਂ ਦਾ ਇੱਕ ਭਰੋਸਾ ਤਾਂ ਤੋੜਿਆ ਹੀ ਗਿਆ ਹੈ ਨਾ। ਪਹਿਲਾਂ ਵਾਲੇ ਮਾਫੀਆ ਨਾਲੋਂ ਇੱਕ ਇਹ ਵੀ ਫਰਕ ਹੈ ਕਿ ਨਾ, ਪਹਿਲਾਂ ਵਾਲਾ ਮਾਫੀਆ ਸੀ ਜਿਹੜਾ ਉਹ ਧਨਾੜ ਲੋਕਾਂ ਨੂੰ ਲੁੱਟਦਾ ਸੀ। ਉਹ ਸਟੇਟ ਦੀ ਜਿਹੜੀ ਵਿਵਸਥਾ ਹੈਗੀ ਹੈ ਜਾਂ ਇਕਨੋਮੀ ਹੈ ਉਸ ਨੂੰ ਸੱਟ ਨਹੀਂ ਸੀ ਮਾਰਦਾ, ਜਾਂ ਆਮ ਲੋਕਾਂ ਨੂੰ ਸਿੱਧੇ ਰੂਪ 'ਚ ਸੱਟ ਨਹੀਂ ਸੀ ਲੱਗਦੀ। ਪਰ ਜਿਹੜਾ ਹੁਣ ਕਿਸਮ ਦਾ ਚਿੱਟੇ ਕੱਪੜਿਆਂ ਹੇਠ ਛੁਪਿਆ ਹੋਇਆ ਜਿਹੜਾ ਮਾਫੀਆ ਹੈਗਾ, ਉਹਦਾ ਨਾਲ ਸਿੱਧਾ ਸਟੇਟ ਦੀ ਇਕਨੋਮੀ ਨੂੰ ਸੱਟ ਵੱਜੀ ਹੈਗੀ ਹੈ। ਜੇ ਪੰਜਾਬ ਦੇ ਸਿਰ ਅੱਜ ਕਰਜ਼ ਹੈਗਾ 2,48,000 ਕਰੋੜ ਦਾ, ਤਾਂ ਕਿਸੇ ਗੱਲ ਨੂੰ ਹੀ ਹੈਗਾ ਕਿ ਨਾ। ਤਾਂ ਮਨਪ੍ਰੀਤ ਸਿੰਘ ਬਾਦਲ ਵੀ ਕਹਿੰਦੇ ਸੀ ਕਿ ਅਸੀਂ 1 ਸਾਲ 'ਚ ਮਾਫੀਆ ਖਤਮ ਕਰ ਦਾਂਗੇ, ਤੇ ਅੱਜ ਉਹੀ ਰਾਗ ਜਿਹੜਾ ਕੈਪਟਨ ਅਮਰਿੰਦਰ ਸਿੰਘ ਅਲਾਪਦੇ ਸੀ ਗੱਠਜੋੜ ਦੀ ਸਰਕਾਰ ਵੇਲੇ, ਉਹੀ ਰਾਗ ਹੈ ਜਿਹੜਾ ਉਹ ਅੱਜ ਸੁਖਬੀਰ ਸਿੰਘ ਬਾਦਲ ਅਲਾਪ ਹੈ ਕਿ ਪੰਜਾਬ 'ਚ ਮਾਫੀਆ ਰਾਜ ਹੈ ਤੇ ਮਾਫੀਆ ਦੀ ਇੱਥੇ ਕਿਸੇ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ। ਜਿਵੇਂ ਤੁਸੀਂ ਦੱਸਿਆ ਕਿ ਜਦੋਂ ਵੋਟਾਂ ਪੈਣੀਆਂ ਸੀ, ਸਰਕਾਰ ਬਣਨੀ ਸੀ, ਉਦੋਂ ਅਮਰਿੰਦਰ ਸਿੰਘ ਨੇ ਵਾਅਦੇ ਕੀਤੇ ਕਿ ਅਸੀਂ ਮਾਫੀਆ ਰਾਜ ਖਤਮ ਕਰ ਦਿਆਂਗੇ, ਪਰ ਕਈ ਤਰ੍ਹਾਂ ਦਾ ਮਾਫੀਆ ਚੱਲੀ ਜਾਂਦਾ। ਇਹ ਜਿਹੜਾ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਉਹ ਕਿੰਨਾ ਕੁ ਸਫਲ ਹੋਇਆ? ਕੋਈ ਸਫਲਤਾ ਮਿਲੀ ਜਾਂ ਇਹ ਵਧਿਆ? ਅਮਰਤ, ਜੇ ਆਪਾਂ ਦੇਖਦੇ ਕਿ ਨਾ ਕਿ ਵੀ ਕਿੰਨੀ ਕੁ ਸਫਲਤਾ ਮਿਲੀ ਹੈ, ਮਾਫੀਆ ਰਾਜ ਖਤਮ ਹੋਇਆ ਜਾਂ ਉਹਦਾ ਤਾਂ ਮੁੱਢ ਹੀ ਨਹੀਂ ਸ਼ੁਰੂ ਹੋਇਆ। ਕੈਪਟਨ ਅਮਰਿੰਦਰ ਸਿੰਘ ਨੇ ਕਿੰਨੇ ਟਾਈਮ ਬਾਅਦ, ਜੇ ਆਹ ਹਾਦਸਾ ਨਾ ਵਾਪਰਦਾ ਤਾਂ ਸ਼ਾਇਦ ਇਹ ਗੱਲ ਹੀ ਨਹੀਂ ਚੱਲਣੀ ਸੀ। ਏਡੀ ਵੱਡੀ ਭਿਆਨਕ ਤਰਾਸਦੀ ਹੋਈ ਹੈ ਜਿਹਦੇ ਵਿੱਚ ਇੰਨੇ ਲੋਕਾਂ ਦੀ ਜਾਨ ਚਲੀ ਗਈ ਹੈ। ਵਿਰੋਧੀ ਧਿਰਾਂ ਨੇ ਇਸ ਨੂੰ ਮੁੱਖ ਮੁੱਦੇ ਦੇ ਤੌਰ 'ਤੇ ਪੰਜਾਬ ਦੇ ਵਿੱਚ ਇੱਕ ਪੂਰੀ ਸਿਆਸਤ ਦੇ ਵਿੱਚ ਉਬਾਲ ਲਿਆਂਦਾ ਹੋਇਆ, ਤਾਂ ਇਹ ਗੱਲ ਮਾਫੀਆ ਦੀ ਚੱਲ ਗਈ। ਇਹ ਤਾਂ ਸ਼ੁਰੂਆਤ ਹੋਈ ਹੈ। ਅਸੀਂ 1200 ਦਿਨ ਕੱਢ ਕੇ ਉਸ ਤੋਂ ਬਾਅਦ ਅੱਜ ਕਹਿ ਰਹੇ ਹਾਂ ਕਿ ਮਾਫੀਆ ਨੂੰ ਖਤਮ ਕਰਕੇ। ਅਸੀਂ 1200 ਦਿਨਾਂ ਦੇ ਵਿੱਚ ਕੀ ਕੀਤਾ? ਸਾਡੇ ਮੁੱਖ ਮੰਤਰੀ ਨੂੰ, ਸਾਡੀ ਵਜ਼ਾਰਤ ਨੂੰ, ਪੰਜਾਬ ਦੇ ਲੋਕਾਂ ਨੂੰ ਇਹ ਜਵਾਬ ਦੇਣਾ ਪਏਗਾ ਕਿ ਅਸੀਂ 1200 ਦਿਨਾਂ 'ਚ ਕਿੰਨਾ ਕੁ ਮਾਫੀਆ ਖਤਮ ਕੀਤਾ। ਤੁਸੀਂ ਮੈਨੂੰ ਕੋਈ ਵੀ ਦੱਸੋ ਕਿ ਕਿਸੇ ਵੀ ਕਾਰੋਬਾਰ 'ਚ ਮਾਫੀਏ ਦੇ ਜਿੰਨੇ ਵੀ ਇਹਨਾਂ ਨੇ ਗਿਣਾਏ ਸੀਗੇ, ਸਭ ਤੋਂ ਪਹਿਲਾਂ ਆਪਾਂ ਲਾ ਲੈਂਦੇ ਡਰੱਗ ਮਾਫੀਆ। ਕੀ ਪੰਜਾਬ ਦੇ ਵਿੱਚ ਚਿੱਟੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘਟ ਗਈ ਹੈ?
ਜਾਂ ਕਿੰਨੇ ਕੁ ਤਸਕਰ ਜਿਹੜੇ ਕਹਿੰਦੇ ਸੀ ਕਿ ਨਾ ਅਸੀਂ ਸਪਲਾਈ ਲਾਈਨ ਤੋੜ ਦੇਵਾਂਗੇ, ਅਸੀਂ ਕਿੰਨੇ ਕੁ ਵੱਡੇ ਤਸਕਰ ਜਾਂ ਕਿੰਨੇ ਕੁ ਪੋਲੀਟੀਸ਼ੀਅਨ ਜਿਹੜੇ ਉਹਨਾਂ ਨੂੰ ਸਰਪ੍ਰਸਤੀ ਦਿੰਦੇ ਸੀ ਉਹਨਾਂ ਨੂੰ ਫੜ ਕੇ ਅੰਦਰ ਕੀਤਾ। ਕੋਈ ਵੀ ਇੱਕ ਕੋਈ ਨਾਮ ਲਿਆ ਜਾ ਸਕਦਾ ਹੋਵੇ। ਕਰਪਸ਼ਨ ਦੇ ਮਾਮਲੇ 'ਚ ਲੈ ਲਓ ਤੁਸੀਂ, ਡਰੱਗ ਤੋਂ ਇਲਾਵਾ ਸ਼ਰਾਬ ਮਾਫੀਆ ਵਾਲਾ ਆਪਾਂ ਦੇਖ ਹੀ ਲਿਆ ਕਿ ਅੱਜ ਵੇਨੂ ਪ੍ਰਸ਼ਾਦ ਜੀ ਦਾ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਪੰਜਾਬ ਦੇ ਵਿੱਚੋਂ ਅਸੀਂ 10 ਲੱਖ ਲੀਟਰ ਹੈ ਜਿਹੜਾ ਲਾਹਨ ਉਹ ਬਰਾਮਦ ਕੀਤਾ ਇੱਕ ਹਫ਼ਤੇ ਦੇ ਵਿੱਚ। ਇਹਦਾ ਮਤਲਬ ਪੰਜਾਬ ਦੇ ਵਿੱਚ ਸ਼ਰਾਬ ਮਾਫੀਆ ਤਾਂ ਵਰਕ ਕਰ ਰਿਹਾ ਸੀਗਾ। ਐਡਾ ਵੱਡਾ ਹਾਦਸਾ ਹੋ ਗਿਆ ਤੇ ਤਾਂ ਇਹਨਾਂ ਨੂੰ ਜਾਗ ਖੁੱਲ੍ਹ ਗਈ। ਹੁਣ 100 FIR ਵੀ ਹੋ ਗਈ ਆ। ਹੁਣ ਪੰਜਾਬ ਦੇ ਲੋਕਾਂ ਨੂੰ ਇਹ ਦੇਖਣਾ ਦਿਲਚਸਪ ਹੋਏਗਾ ਕਿ ਕਿੰਨੇ ਕੁ ਵੱਡੇ ਲੋਕਾਂ ਨੂੰ ਫੜ ਕੇ ਅੰਦਰ ਕਰਦੇ ਨੇ। ਇਸ ਤਰ੍ਹਾਂ ਮਾਈਨਿੰਗ ਮਾਫੀਆ ਸੀ, ਅਸੀਂ ਕਹਿੰਦੇ ਸੀ ਕਿ ਜੀ ਸਾਡੇ ਦਰਸ਼ਕਾਂ ਨੇ ਤਾਂ ਪਿਛਲੇ ਵੀ 10 ਸਾਲਾਂ ਤੋਂ ਭੁਗਤ ਰਹੇ ਨੇ ਕਿ ਰੇਤਾ ਬਜਰੀ ਪੰਜਾਬ ਦੇ ਵਿੱਚ ਇੰਨੀ ਮਹਿੰਗੀ ਹੈਗੀ, ਤੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਮਾਈਨਿੰਗ ਮਾਫੀਆ ਜਿਹੜਾ ਲੱਖ ਤੋੜ ਦਾਂਗੇ। ਅਸੀਂ ਪੰਜਾਬ ਦੇ ਵਿੱਚ ਇਸ ਵੇਲੇ ਅਮਰ ਜਿੰਨਾ ਕਿ ਮੈਂ ਪਤਾ ਕੀਤਾ ਹੈ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਜਿਹੜਾ ਐਵਰੇਜ ਰੇਟ ਨਿਕਲ ਕੇ ਅੱਜ ਰੇਤਾ ਜਿਹੜਾ ਹੈਗਾ ਉਹ 1 ਰੁਪਏ ਤੋਂ ਲੈ ਕੇ 1.25 ਰੁਪਏ ਕਿਲੋ ਵਿਕ ਰਿਹਾ ਹੈ। ਤੇ ਜੇ ਅਸੀਂ 10 ਸਾਲ ਪਿਛਲਾ ਰੇਟ ਕੱਢੀਏ ਜਾਂ 5 ਸਾਲ ਪਿਛਲਾ ਰੇਟ ਕੱਢੀਏ ਉਦੋਂ ਵੀ ਇਹੀ ਰੇਟ ਸੀ। ਫਿਰ ਲੋਕਾਂ ਨੂੰ ਕੀ ਰਾਹਤ ਮਿਲੀ? ਤਕਰੀਬਨ ਸਾਡੇ 500 ਕ੍ਰੈਸ਼ਰ ਨੇ ਸਾਡੇ ਜਿਹੜੇ ਚੱਲਦੇ ਨੇ, ਪਠਾਨਕੋਟ ਚੱਲਦੇ ਨੇ, ਆਨੰਦਪੁਰ ਸਾਹਿਬ ਚੱਲਦੇ ਨੇ। ਤਾਂ ਲੋਕਾਂ ਦੇ ਵਿੱਚ ਇੱਕ ਇਹ ਹੈਗੀ ਹੈ ਕਿ ਉਹੀ ਲੋਕ ਨੇ ਪਿੱਛੇ ਆਪਰੇਟ ਕਰਨ ਵਾਲੇ, ਉਹੀ ਲੋਕ ਹੈ। ਪਹਿਲਾਂ ਸਾਹਮਣੇ ਉਹਨਾਂ ਦੇ ਕੋਲੇ ਜਿਹੜੀ ਫੱਟਾ ਸੀਗਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਸੀ ਤੇ ਅੱਜ ਉਹਨਾਂ ਦੇ ਸਾਹਮਣੇ ਜਿਹੜਾ ਫੱਟਾ ਲੱਗਿਆ ਉਹ ਕਾਂਗਰਸ ਦਾ ਲੱਗਿਆ ਹੈਗਾ। ਅਸੀਂ ਲੋਕ ਜਦੋਂ ਖਬਰਾਂ ਲਾ ਦਿੰਨੇ ਆ ਤਾਂ ਉਹ 10 ਦਿਨ ਕੰਮ ਰੁਕ ਜਾਂਦਾ ਹੈਗਾ ਤੇ ਅਣਪਛਾਤਿਆਂ ਤੇ ਪਰਚਾ ਦਰਜ ਹੋ ਜਾਂਦਾ ਹੈ। ਸਰਕਾਰ ਇਹ ਦੱਸੇ ਕਿ ਅਸੀਂ ਖਨਨ ਮਾਈਨਿੰਗ ਦੇ ਵਿੱਚੋਂ ਹੁਣ ਤੱਕ ਕਿੰਨੀ ਰੈਵਨਿਊ ਜਨਰੇਟ ਕੀਤਾ, ਪਹਿਲਾਂ ਨਾਲੋਂ ਜ਼ਿਆਦਾ ਕੀਤਾ, ਜਾਂ ਕਿੰਨੇ ਕੁ ਮਾਈਨਿੰਗ ਦੇ ਵਿੱਚ ਧੰਦੇ ਵਿੱਚ ਜਿਹੜੇ ਵੱਡੇ ਮਾਫੀਏ ਸੀ ਕਿੰਨੇ ਕੁ ਫੜ ਕੇ ਅੰਦਰ ਕੀਤੇ। ਸਰਕਾਰ ਨੂੰ ਇਹ ਦੱਸਣਾ ਚਾਹੀਦਾ ਕਿੰਨੇ ਪੋਲੀਟੀਸ਼ੀਅਨ ਅੰਦਰ ਕੀਤੇ ਅਸੀਂ, ਚਾਹੇ ਉਹ ਬਲਾਕ ਲੈਵਲ ਦਾ ਸੀਗਾ। ਪਿੱਛੇ ਤੁਹਾਡੇ ਰੋਪੜ ਦੇ ਸੁਣਿਆ ਸੀ ਕਿ ਇੱਕ MLA ਉੱਤੇ ਆਪ ਦਾ ਰੋਕਣ ਗਿਆ ਤੇ ਉਹਦੀ ਪੱਗ ਵੀ ਲੈ ਗਈ ਸੀ, ਕਾਫੀ ਰੌਲਾ ਵੀ ਪਿਆ ਸੀ। ਜਿਸ ਤਰ੍ਹਾਂ ਕੁੱਟਮਾਰ ਜਿਹੜੇ ਵੀ ਲੋਕਾਂ ਨੇ ਇਹਨਾਂ ਨੂੰ ਚੁਣੌਤੀ ਦਿੱਤੀ ਮਾਫੀਏ ਨੂੰ, ਚਾਹੇ ਉਹ ਮਾਈਨਿੰਗ ਵਾਲਾ ਸੀ, ਸ਼ਰਾਬ ਵਾਲਾ ਸੀ, ਤਾਂ ਉਹਨਾਂ ਲੋਕਾਂ ਨੂੰ ਭੁਗਤਣਾ ਪਿਆ। ਇਸ ਤੋਂ ਵੱਡੀ ਗੱਲ ਟਰਾਂਸਪੋਰਟ ਮਾਫੀਆ ਦੀ ਬੜੀ ਵੱਡੀ ਗੱਲ ਸੀ, ਕਿਉਂਕਿ ਪੰਜਾਬ ਦੇ ਜਿਹੜੇ 2-3 ਘਰਾਣੇ ਸੀਗੇ ਉਹਨਾਂ ਦੀ ਟਰਾਂਸਪੋਰਟ ਹੀ ਸਾਰੇ ਪੰਜਾਬ ਦੇ ਵਿੱਚ ਸੜਕਾਂ ਤੇ ਸ਼ੂਕਦੀ ਸੀਗੀ। ਤਾਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਟਰਾਂਸਪੋਰਟ ਪਾਲਿਸੀ ਬਣਾਵਾਂਗੇ, ਉਸ ਨੂੰ ਲਾਗੂ ਕਰਾਂਗੇ। 2018 ਦੇ ਵਿੱਚ ਟਰਾਂਸਪੋਰਟ ਪਾਲਿਸੀ ਬਣ ਕੇ ਤਿਆਰ ਹੋ ਗਈ ਸੀ, ਉਹ ਅੱਜ ਤੱਕ ਇੰਪਲੀਮੈਂਟ ਨਹੀਂ ਹੋਈ। ਕੀ ਵਜ੍ਹਾ ਰਹੀ ਹੈ? ਪੰਜਾਬ ਦੇ ਲੋਕਾਂ ਨੂੰ ਇਹ ਵੀ ਸਪਸ਼ਟ ਕਰਨਾ ਚਾਹੀਦਾ। 2018 ਦੇ ਵਿੱਚ ਬਣੀ ਹੋਈ ਪਾਲਿਸੀ ਅੱਜ ਤੱਕ ਲਾਗੂ ਨਹੀਂ ਹੋਈ। ਉਹਦੇ ਵਿੱਚ ਕਿਹਾ ਸੀ ਕਿ ਜਿਹੜੀਆਂ ਅਸੀਂ ਬੇਲੋੜੀਆਂ ਐਕਸਟੈਂਸ਼ਨਾਂ ਦਿੱਤੀਆਂ ਰੂਟਾਂ ਦੀਆਂ ਉਹਨਾਂ ਨੂੰ ਕੱਟ ਲਾਵਾਂਗੇ। ਜਿਹੜੀ ਪਬਲਿਕ ਟਰਾਂਸਪੋਰਟ ਹੈ ਸਾਡੀ ਜਿਹਨੇ ਇੰਟਰਸਟੇਟ ਚਲਾਉਣੀ ਸੀ ਉਹ ਅੱਜ ਤੱਕ ਨਹੀਂ ਚੱਲੀ। PRTC ਦੇ ਵਿੱਚ ਨਵੀਆਂ ਬੱਸਾਂ ਪਾਉਣੀਆਂ ਸੀ ਇਹਨਾਂ ਨੇ ਅਮਰਤ, ਸਿਰਫ 100 ਬੱਸ ਨਵੀਂ ਪਾਈ ਜਾ ਸਕੀ ਹੈ ਹੁਣ ਤੱਕ। 100 ਬੱਸ ਪਾਉਣ ਦੀ ਫਾਈਲ 2 ਸਾਲ ਹੋ ਗਏ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਦਫ਼ਤਰਾਂ ਦੇ ਵਿੱਚ ਘੁੰਮ ਰਹੀ ਹੈ, ਅੱਜ ਤੱਕ 100 ਬੱਸ ਨਹੀਂ ਪਾਈ ਗਈ। ਅਗਰ ਅਸੀਂ ਪਬਲਿਕ ਟਰਾਂਸਪੋਰਟ ਨੂੰ ਮਜ਼ਬੂਤ ਕਰਨਾ ਸੀ ਤਾਂ ਅੱਜ ਤੱਕ ਅਸੀਂ ਬੱਸਾਂ ਕਿਉਂ ਨਹੀਂ ਪਾਈਆਂ? ਇਸ ਤੋਂ ਬਾਅਦ ਤਾਂ ਅਕਾਲੀ ਗਵਰਨਮੈਂਟ ਬੱਸਾਂ ਪਾ ਗਈ ਸੀ। ਉਹਨਾਂ ਨੇ ਆਪਣੇ ਆਖਰੀ ਵਰਿਆਂ ਦੇ ਵਿੱਚ 2015-16 ਦੇ ਵਿੱਚ 350 ਬੱਸਾਂ ਪਾਤੀਆਂ, ਅਸੀਂ 200 ਬੱਸਾਂ ਪਾਈਆਂ। ਅਸੀਂ ਜੇ ਡੇਲੀ ਦਾ ਰੈਵਨਿਊ ਦੇਖੀਏ PRTC ਦਾ ਅਮਰਤ, ਤਾਂ ਡੇਲੀ ਦਾ ਰੈਵਨਿਊ ਸਿਰਫ ਸਾਡਾ 1.25 ਕਰੋੜ ਦਾ ਹੈ ਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ 1 ਕਰੋੜ 20 ਲੱਖ ਦਾ ਸੀ। ਤਾਂ ਟਰਾਂਸਪੋਰਟ ਮਾਫੀਆ ਵੀ ਉਦਾਂ ਹੀ ਚੱਲ ਰਿਹਾ ਜਿਸ ਤਰ੍ਹਾਂ ਮਾਈਨਿੰਗ ਮਾਫੀਆ ਚੱਲ ਰਿਹਾ, ਜਿਸ ਤਰ੍ਹਾਂ ਸਾਡਾ ਸ਼ਰਾਬ ਮਾਫੀਆ ਚੱਲ ਰਿਹਾ। ਇਸ ਤੋਂ ਇਲਾਵਾ ਹੋਰ ਮਾਫੀਆ ਸੀ, ਲਾਟਰੀ ਦਾ ਮਾਫੀਆ ਸੀ। ਬਠਿੰਡਾ ਦੇ ਵਿੱਚ ਬੜੀਆਂ ਇੱਕਦਮ ਬੜਾ ਬੂਮ ਆ ਗਿਆ ਸੀ ਲਾਟਰੀ ਦਾ, ਬੜੀਆਂ ਦੁਕਾਨਾਂ ਖੁੱਲ੍ਹ ਗਈਆਂ ਸੀ, ਹੋਰ ਸ਼ਹਿਰਾਂ 'ਚ ਵੀ ਖੁੱਲ੍ਹ ਗਈਆਂ ਸੀ। ਇਸ ਤਰ੍ਹਾਂ ਫੂਡ ਸਕੈਮ ਦੀ ਗੱਲ ਕੀਤੀ ਸੀ ਇਹਨਾਂ ਨੇ, ਕੇਬਲ ਮਾਫੀਆ ਦੀ ਗੱਲ ਕੀਤੀ ਸੀਗੀ। ਤੇ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਪੁੱਛਿਆ ਇੱਥੇ ਪਿੱਛੇ ਪੱਤਰਕਾਰਾਂ ਨੇ ਕਿ ਜੀ ਤੁਸੀਂ ਕੇਬਲ ਮਾਫੀਆ ਦੀ ਗੱਲ ਕੀਤੀ ਸੀਗੀ ਤੇ ਤੁਸੀਂ ਟਰਾਂਸਪੋਰਟ ਮਾਫੀਆ ਦੀ ਗੱਲ ਕੀਤੀ ਸੀ, ਉਹ ਕਹਿੰਦੇ ਜੀ ਕੋਈ ਅਪਲਾਈ ਕਰੋ ਬੱਸਾਂ ਲਈ, ਅਸੀਂ ਨਵੀਆਂ ਰੂਟ ਦੇਵਾਂਗੇ, ਕੇਬਲ ਲਈ ਅਪਲਾਈ ਕਰੋ, ਪਰ ਪਹਿਲਾਂ ਮਾਹੌਲ ਵੀ ਤਾਂ ਹੋਣਾ ਚਾਹੀਦਾ ਹੈ। ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਫਰਕ ਪਿਆ ਇਹਦੇ ਵਿੱਚ। ਅੱਛਾ, ਅੱਜ ਦੀ ਚਰਚਾ ਦਾ ਮੈਂ ਆਖਰੀ ਸਵਾਲ ਤੁਹਾਨੂੰ ਪੁੱਛਦਾ, ਇਹ ਜਿਹੜਾ ਹਾਲਾਤ ਬਣੇ ਹੋਏ ਨੇ, ਕੀ ਤੁਹਾਨੂੰ ਲੱਗਦਾ ਕਦੇ ਇਹਦੇ ਤੋਂ ਲੋਕਾਂ ਨੂੰ ਛੁਟਕਾਰਾ ਮਿਲੇਗਾ? ਅਮਰਤ ਜਿਵੇਂ ਕਹਿੰਦੇ ਹੁੰਦੇ ਆ ਕਿ ਨਾ ਕਿ ਜਿੱਥੋਂ ਦਾ ਰਾਜਾ ਵਪਾਰੀ ਹੋ ਜੇ ਤਾਂ ਉੱਥੋਂ ਦੀ ਜਨਤਾ ਭਿਖਾਰੀ ਵੀ ਹੋ ਜਾਂਦੀ ਹੈ ਤੇ ਜਨਤਾ ਵਿਚਾਰੀ ਵੀ ਹੋ ਜਾਂਦੀ ਹੈ। ਤਾਂ ਅਸੀਂ ਇੱਕ ਨਾਰਾ ਦਿੰਦੇ ਹਾਂ ਕਿ ਅਸੀਂ ਪੋਲੀਟਿਕਸ ਦੇ ਵਿੱਚ ਆਉਂਦੇ ਕਿਉਂ, ਅਸੀਂ ਪੋਲੀਟਿਕਸ ਕਿਉਂ ਲੜ ਰਹੇ ਹਾਂ, ਅਸੀਂ ਚੋਣਾਂ ਕਿਉਂ ਲੜ ਰਹੇ ਹਾਂ। ਤਾਂ ਹਰ ਨੇਤਾ, ਹਰ ਪਾਰਟੀ ਇਹ ਕਹਿੰਦੀ ਹੈ ਕਿ ਅਸੀਂ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਾਂ, ਅਸੀਂ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਾਂ। ਤਾਂ ਇੱਕ ਗੱਲ ਤਾਂ ਸਾਫ਼ ਹੈ, ਅਗਰ ਅਸੀਂ ਸੇਵਾ ਕਰਨੀ ਚਾਹੁੰਦੇ ਹਾਂ ਤਾਂ ਸੇਵਾ ਜਿਹੜੀ ਉਹ ਨਿਰਸਵਾਰਥ ਹੁੰਦੀ ਹੈ ਤੇ ਸੇਵਾ ਹਮੇਸ਼ਾ ਹੀ ਜਿਹੜੀ ਉਹ ਆਪਾ ਵਾਰ ਕੇ ਹੁੰਦੀ ਹੈ। ਸਾਡੀ ਹਿਸਟਰੀ ਵੀ ਇਸ ਗੱਲ ਦੀ ਗਵਾਹ ਹੈ। ਜਦੋਂ ਵੀ ਅਸੀਂ ਸਰਵਿਸ ਕਰਨਾ ਚਾਹਾਂਗੇ ਸੋਸਾਇਟੀ ਦੀ, ਪੰਜਾਬ ਦੀ, ਲੋਕਾਂ ਦੀ, ਮਾਨਵਤਾ ਦੀ, ਤਾਂ ਸਾਨੂੰ ਆਪਾ ਵਾਰਨਾ ਪਏਗਾ, ਆਪਾਂ ਕੁਰਬਾਨ ਕਰਨਾ ਪਏਗਾ। ਪਰ ਇਹ ਲੋਕ ਕੀ ਹੈ, ਕਿੰਨਾ ਇਹਨਾਂ ਦੀ ਅਸੀਂ ਦੌਲਤਾਂ ਦੇਖ ਲਓ ਕਿ ਜਿਹੜੇ ਲੋਕ 20 ਸਾਲ ਪਹਿਲਾਂ ਸਾਈਕਲ ਤੇ ਆਏ ਸੀ ਅੱਜ ਵੱਡੀਆਂ ਗੱਡੀਆਂ ਤੇ ਚੜ੍ਹਨਾ ਸ਼ੁਰੂ ਹੋ ਗਏ ਨੇ।
ਤਾਂ ਇੱਕ ਗੱਲ ਤਾਂ ਇਹਨਾਂ ਨੂੰ ਇਹ ਕਰਨੀ ਵੀ ਜੇ ਸੇਵਾ ਦਾ ਮਨੋਰਥ ਲੈ ਕੇ, ਜੇ ਵਪਾਰ ਦਾ ਮਨੋਰਥ ਲੈ ਕੇ ਤਾਂ ਚੋਣਾਂ 'ਚ ਕਹੋ ਕਿ ਅਸੀਂ ਤਾਂ ਜੀ ਵਪਾਰੀ ਲੋਕ ਹਾਂ, ਚੋਣਾਂ 'ਚ ਕੁੱਦਣਾ ਹੈ, ਸਾਨੂੰ ਚੁਣਨਾ ਚੁਣੋ, ਨਹੀਂ ਚੁਣਨਾ ਨਾ ਚੁਣੋ। ਤਾਂ ਸੇਵਾ ਦੇ ਉਹ ਜਿਹੜਾ ਸੰਦਰਭ ਹੈ ਉਸ 'ਤੇ ਕਾਇਮ ਰਹਿਣ। ਦੂਸਰਾ ਇੱਕ ਇੰਨਾ ਕੁ ਯਕੀਨੀ ਬਣਾਉਣਾ ਪਏਗਾ ਇਹਨਾਂ ਨੂੰ ਕਿ ਜਿਹੜਾ ਬੰਦਾ ਵੀ ਪੋਲੀਟਿਕਸ ਦੇ ਵਿੱਚ ਚੋਣਾਂ ਲੜੇਗਾ, ਇਲੈਕਸ਼ਨ ਕੰਟੈਸਟ ਕਰੇਗਾ, ਉਹ ਇੰਨਾ ਕੁ ਯਕੀਨੀ ਬਣਾਏ, ਚਾਹੇ ਉਹ ਲੀਗਲੀ ਹੋਵੇ, ਚਾਹੇ ਉਹ ਅਖਲਾਕੀ ਤੌਰ 'ਤੇ, ਕਿ ਉਹ ਕਿਸੇ ਵੀ ਕਿਸਮ ਦੇ ਵਪਾਰ ਦੇ ਵਿੱਚ ਹਿੱਸਾ ਨਹੀਂ ਲਏਗਾ, ਉਹ ਉਹਦਾ ਰਿਸ਼ਤੇਦਾਰ ਜਾਂ ਉਹਦਾ ਕੋਈ ਨੇੜਲਾ। ਕਿਉਂਕਿ ਹੁਣ ਕੀ ਹੁੰਦਾ ਕਿ ਜਦੋਂ ਬਹੁਤ ਸਾਰੇ ਲੋਕ ਹੈ, ਜਿਵੇਂ ਸਾਡੇ ਮਜੀਠੀਆ ਸਾਹਿਬ ਹੈ, ਇਹਨਾਂ ਦੀ ਚਲੋ ਯੂਪੀ ਦੇ ਵਿੱਚ ਸ਼ਰਾਬ ਦੀ ਫੈਕਟਰੀ ਹੈ, ਸਾਡੇ ਰਾਣਾ ਗੁਰਜੀਤ ਜੀ ਹੈ, ਉਹਨਾਂ ਦੀ ਇੱਥੇ ਸ਼ਰਾਬ ਦੀ ਫੈਕਟਰੀ ਹੈ, ਕਿੰਨੇ ਦੀਪ ਮਲਹੋਤਰਾ ਹੈਗੇ ਨੇ, ਅਕਾਲੀ ਦਲ ਦੀ ਟਿਕਟ ਤੇ ਚੋਣ ਲੜੀ, ਐਮਐਲਏ ਬਣੇ, ਉਹਨਾਂ ਦੀ ਆਪਣੀ ਸ਼ਰਾਬ ਦੀ ਫੈਕਟਰੀ ਹੈ। ਬਹੁਤ ਸਾਰੇ ਵਜ਼ੀਰ, ਐਮਐਲਏ ਸ਼ਰਾਬ ਦੇ ਕਾਰਨ ਡਾਇਰੈਕਟਲੀ ਔਰ ਇਨਡਾਇਰੈਕਟਲੀ ਜੁੜੇ ਹੋਏ ਨੇ, ਉਹਨਾਂ ਦੀ ਕਾਰੋਬਾਰ ਦੇ ਵਿੱਚ ਆਪਣੀ ਹਿੱਸੇਦਾਰੀ ਬਣੀ ਹੋਈ ਹੈ। ਤਾਂ ਇਹਨਾਂ ਨੂੰ ਯਕੀਨੀ ਬਣਾਉਣਾ ਪਏਗਾ ਕਿ ਅਸੀਂ ਕਿਸੇ ਕਿਸਮ ਦਾ ਕਾਰੋਬਾਰ ਨਹੀਂ ਕਰਿਆ। ਜਿਹੜੀ ਮੈਂ ਲਾਸਟ ਗੱਲ ਹੈ ਆਪਣੀ ਅੱਜ ਦੀ ਵਾਰਤਾਲਾਪ ਦੀ ਖਤਮ ਕਰਨਾ ਚਾਹਾਂਗਾ, ਤਾਂ ਮੈਂ ਕਮਲਜੀਤ ਨੀਲੋ ਦੀ ਗੱਲ ਨਾਲ ਖਤਮ ਕਰਨਾ ਚਾਹਾਂਗਾ। ਅੰਮ੍ਰਿਤ, ਤੁਹਾਨੂੰ ਵੀ ਚੇਤਾ ਹੋਵੇਗਾ, ਦਰਸ਼ਕਾਂ ਨੂੰ ਤਾਂ ਇਸ ਗੱਲ ਦਾ, ਜਿਹੜੇ ਪੁਰਾਣੇ ਦਰਸ਼ਕ ਨੇ ਉਹਨਾਂ ਨੂੰ ਤਾਂ ਬਿਲਕੁਲ ਇਸ ਗੱਲ ਦਾ ਇਲਮ ਹੋਏਗਾ ਕਿ ਕਾਫੀ ਦਹਾਕੇ ਪਹਿਲਾਂ ਇਕੱਲਾ ਜਦੋਂ ਇਹ ਚੈਨਲ ਨਹੀਂ ਆਏ ਸੀ ਤਾਂ ਦੂਰਦਰਸ਼ਨ ਦੀ ਕਾਫੀ ਚੜ੍ਹਤ ਹੁੰਦੀ ਸੀਗੀ। ਤਾਂ ਉਹਨਾਂ ਦਿਨਾਂ ਦੇ ਵਿੱਚ ਕਮਲਜੀਤ ਨੀਲੋ ਇੱਕ ਲੋਰੀ ਗਾਉਂਦਾ ਹੁੰਦਾ ਸੀ, ਤਾਂ ਦੂਰਦਰਸ਼ਨ 'ਤੇ ਉਹਦੀ ਇੱਕ ਲੋਰੀ ਆਈ ਸੀਗੀ, ਸੌਂਜਾ ਬੱਬੂਆ ਮਾਣੋ ਵਿੱਲੀ ਆਈ ਹੈ, ਤਾਂ ਬਹੁਤ ਮਕਬੂਲ ਹੋਈ ਸੀ ਔਰ ਸਾਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਚੜ੍ਹਾਈ ਹੋਈ ਸੀ। ਕਮਲਜੀਤ ਨੀਲੋ ਕੋਲ ਡਫਲੀ ਹੁੰਦੀ ਸੀ, ਡਫਲੀ ਨਾਲ ਉਹ ਬੱਚਿਆਂ ਦੀ ਆਵਾਜ਼ ਦੇ ਵਿੱਚ ਉਹ ਲੋਰੀ ਗਾਉਂਦਾ ਸੀ। ਤਾਂ ਲੋਰੀ ਜਦੋਂ ਮਕਬੂਲ ਹੋਈ ਤਾਂ ਕਾਫੀ ਟਾਈਮ ਬਾਅਦ ਮੈਨੂੰ ਮੇਰੇ ਇੱਕ ਦੋਸਤ ਹੈ ਸੁਨਾਮ ਤੋਂ, ਪ੍ਰਵੇਸ਼ ਜੀ, ਉਹਨਾਂ ਨੇ ਗੱਲ ਸੁਣਾਈ ਕਿ ਅਸੀਂ ਉਹਨਾਂ ਦਿਨਾਂ ਦੇ ਵਿੱਚ ਅਸੀਂ ਕਮਲਜੀਤ ਨੀਲੋ ਦੇ ਘਰ ਗਏ ਅਤੇ ਅੱਗੇ ਉਹਨਾਂ ਦੇ ਬਜ਼ੁਰਗ ਬੈਠੇ ਸੀਗੇ, ਉਹ ਪੁਰਾਣੇ ਕਾਮਰੇਡ ਰਹੇ ਸੀ ਔਰ ਬੜੀ ਵਧੀਆ ਗਜ਼ਲ ਵੀ ਲਿਖਦੇ ਸੀ। ਤਾਂ ਇਹਨਾਂ ਨੇ ਜਦੋਂ ਕਿਹਾ ਕਿ ਤੁਹਾਡੇ ਪੁੱਤਰ ਦੀ ਲੋਰੀ ਬੜੀ ਮਕਬੂਲ ਹੋਈ ਹੈ ਅਤੇ ਤੁਹਾਨੂੰ ਮੁਬਾਰਕਬਾਦ ਦਿੱਤੀ, ਉਹਨਾਂ ਨੂੰ ਵਧਾਈ ਦਿੱਤੀ, ਤਾਂ ਉਹਨਾਂ ਨੇ ਅੱਗਿਓਂ ਜਵਾਬ ਦਿੱਤਾ ਬੜੇ ਨਮੋਸ਼ੀ 'ਚ, ਕਹਿੰਦਾ ਵੀ ਪੁੱਤਰਾ, ਮੈਂ ਸਾਰੀ ਉਮਰ ਜਾਗਰਤੀ ਦਾ ਝੰਡਾ ਲੈ ਕੇ ਤੁਰਿਆ ਲੋਕਾਂ ਨੂੰ ਜਗਾਉਣ ਲਈ, ਲੋਕਾਂ ਨੇ ਸੁਣੀ ਨਾ। ਮੈਂ ਸਾਰੀ ਉਮਰ ਜਾਗਰਤੀ ਦੀਆਂ ਗਜ਼ਲਾਂ ਲਿਖੀਆਂ, ਲੋਕਾਂ ਦੇ ਜਿਹੜੀ ਕੰਨ 'ਤੇ ਜੂੰ ਨਹੀਂ ਸਰਕੀ। ਕਹਿੰਦਾ ਮੇਰੇ ਮੁੰਡੇ ਨੇ ਇੱਕ ਲੋਰੀ ਗਾਈ, ਲੋਕਾਂ ਨੇ ਰਾਤੋਂ ਰਾਤ ਹੱਥਾਂ 'ਤੇ ਚੱਕ ਲਿਆ। ਕਹਿੰਦਾ ਰਿਜ਼ਲਟ ਕੱਢਿਆ, ਕਹਿੰਦਾ ਦਰਅਸਲ ਲੋਕ ਜਾਗਣਾ ਨਹੀਂ ਚਾਹੁੰਦੇ ਅਤੇ ਤਾਈਓਂ ਉਹ ਲੋਰੀਆਂ ਨੂੰ ਪਸੰਦ ਕਰਦੇ ਨੇ, ਅਤੇ ਤਾਈਓਂ ਇਹਨਾਂ ਲੋਕਾਂ ਨੂੰ ਲੋਰੀਆਂ ਜਿਹੜੀਆਂ ਉਹ ਰਾਸ ਆਉਂਦੀਆਂ ਨੇ। ਜੀ, ਤਾਂ ਸਾਡੀ ਅੱਜ ਦੀ ਵਿਚਾਰ ਚਰਚਾ ਇਸ ਸਿੱਟੇ 'ਤੇ ਪਹੁੰਚਦੀ ਆ ਕਿ ਸਾਡੇ ਲੋਕ ਜਾਗਣਾ ਨਹੀਂ ਚਾਹੁੰਦੇ। ਹਾਲਾਂਕਿ ਜਦੋਂ ਵੋਟਾਂ ਪੈਣੀਆਂ ਹੁੰਦੀਆਂ, ਸਰਕਾਰ ਬਣਨੀ ਹੁੰਦੀ ਆ, ਸਿਆਸੀ ਆਗੂ ਵੱਡੇ ਵਾਅਦੇ ਕਰਦੇ ਨੇ, ਦਾਅਵੇ ਕਰਦੇ ਨੇ ਕਿ ਅਸੀਂ ਲੋਕਾਂ ਦੀ ਸੇਵਾ ਕਰਾਂਗੇ, ਪਰ ਜਿੱਤ ਜਾਣ ਤੋਂ ਬਾਅਦ ਲੋਕ ਹੀ ਉਹਨਾਂ ਆਗੂਆਂ ਦੀ ਸੇਵਾ ਕਰਦੇ ਆ। ਇਹ ਵਰਤਾਰਾ ਲੋਕਾਂ ਨੂੰ ਹੀ ਬਦਲਣਾ ਪਵੇਗਾ। ਇਹ ਸਾਰਾ ਕੁਝ ਲੋਕਾਂ ਦਾ ਹੀ ਹੱਥ ਹੈ। ਇਸ ਦੇ ਨਾਲ ਹੀ ਅਸੀਂ ਤਾਂ ਉੱਥੋਂ ਵਿਦਾ ਲੈਂਦੇ ਹਾਂ ਅਤੇ ਭਲਕੇ ਫੇਰ ਹਾਜ਼ਰ ਹੋਵਾਂਗੇ। ਧੰਨਵਾਦ।